ਸਤਿ ਸ਼੍ਰੀ ਅਕਾਲ ਜੀ ਸਾਰੇ ਵਿਦਿਆਰਥੀਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਅਗਲਾ ਕਨਸੈਪਟ ਕਰਮ ਵਿਕਾਸ। ਕਰਮ ਵਿਕਾਸ ਕੀ ਹੈ? ਇਵੈਲੂਏਸ਼ਨ ਇਹ ਵੀ ਸਮਾਜਿਕ ਪਰਿਵਰਤਨ ਦੀ ਇੱਕ ਕਿਸਮ ਹੈ। ਸੋਸ਼ਲ ਚੇਂਜ ਦਾ ਕਨਸੈਪਟ ਪੜ੍ਹਿਆ ਸੀ ਨਾ, ਵੱਖ-ਵੱਖ ਕਿਸਮਾਂ ਦੀ ਗੱਲ ਕੀਤੀ ਸੀ। ਤਾਂ ਕਰਮ ਵਿਕਾਸ ਐਵੋਲਿਊਸ਼ਨ ਵੀ ਸੋਸ਼ਲ ਚੇਂਜ ਸਮਾਜਿਕ ਪਰਿਵਰਤਨ ਦੀ ਇੱਕ ਕਿਸਮ ਹੈਗੀ ਹੈ। ਇੱਥੇ ਅਸੀਂ ਦੇਖਦੇ ਹਾਂ ਕਿ ਸਮਾਜਿਕ ਪਰਿਵਰਤਨ ਜਿਹੜਾ ਹੈ ਉਸ ਦੀ ਇੱਕ ਕਿਸਮ ਕਰਮ ਵਿਕਾਸ ਹੈ। ਕਰਮ ਵਿਕਾਸ ਦੇ ਨਾਲ ਕਿਸ ਤਰ੍ਹਾਂ ਸਮਾਜ ਦੇ ਵਿੱਚ ਪਰਿਵਰਤਨ ਹੁੰਦਾ ਹੈ? ਸਮਾਜਿਕ ਕਰਮ ਵਿਕਾਸ ਜਦੋਂ ਇੱਕ ਨਿਰੰਤਰ ਅਤੇ ਨਿਸ਼ਚਿਤ ਦਿਸ਼ਾ ਵਿੱਚ ਹੁੰਦਾ ਹੈ ਤਾਂ ਸਮਾਜ ਦੇ ਵਿੱਚ ਸਮਾਜਿਕ ਪਰਿਵਰਤਨ ਹੁੰਦਾ ਹੈ। ਜਦੋਂ ਸਮਾਜ ਦੇ ਵਿੱਚ ਪਰਿਵਰਤਨ ਦੇ ਵਿੱਚ ਨਿਰੰਤਰਤਾ ਤੇ ਨਿਸ਼ਚਿਤ ਦਿਸ਼ਾ ਹੁੰਦੀ ਹੈ ਤਾਂ ਉਸ ਨੂੰ ਅਸੀਂ ਕਰਮ ਵਿਕਾਸ ਕਹਿੰਦੇ ਹਾਂ। ਸਮਾਜ ਦੇ ਵਿੱਚ ਇੱਕ ਨਿਰੰਤਰਤਾ ਅਤੇ ਨਿਸ਼ਚਿਤ ਦਿਸ਼ਾ, ਜਿਹੜਾ ਸਮਾਜ ਦੇ ਵਿੱਚ ਬਦਲਾਅ ਆ ਰਿਹਾ ਹੈ ਉਹ ਲਗਾਤਾਰ ਹੁੰਦਾ ਰਹਿਣਾ ਚਾਹੀਦਾ ਹੈ ਤੇ ਇੱਕ ਨਿਸ਼ਚਿਤ ਦਿਸ਼ਾ ਦੇ ਵਿੱਚ ਹੋਣਾ ਚਾਹੀਦਾ ਹੈ, ਤਾਂ ਉਸ ਨੂੰ ਅਸੀਂ ਕਰਮ ਵਿਕਾਸ ਕਹਿੰਦੇ ਹਾਂ। ਸਮਾਜਿਕ ਵ੍ਰਿੱਧੀ ਅਤੇ ਸਮਾਜਿਕ ਕਰਮ ਵਿਕਾਸ ਸਮਾਨ ਪ੍ਰਕਿਰਿਆਵਾਂ ਹਨ। ਮੈਕਾਈਵਰ ਦੀ ਪੇਜ ਅਨੁਸਾਰ ਕਰਮ ਵਿਕਾਸ ਵ੍ਰਿੱਧੀ ਤੋਂ ਕੁਝ ਵਧੇਰੇ ਹੁੰਦਾ ਹੈ। ਵ੍ਰਿੱਧੀ, ਵਾਧਾ ਇਸ ਤੋਂ ਕੁਝ ਜ਼ਿਆਦਾ ਹੁੰਦਾ ਹੈ ਸਮਾਜਿਕ ਕਰਮ ਵਿਕਾਸ। ਸਮਾਜਿਕ ਕਰਮ ਵਿਕਾਸ ਜਿਹੜਾ ਹੈਗਾ ਇਹ ਇੰਗਲਿਸ਼ ਦੇ ਐਵੋਲਿਊਸ਼ਨ ਸ਼ਬਦ ਤੋਂ ਬਣਿਆ ਹੈ। ਇੰਗਲਿਸ਼ ਦਾ ਐਵੋਲਿਊਸ਼ਨ ਸ਼ਬਦ ਜੋ ਕਿ ਲਾਤਿਨ ਲੈਂਗੁਏਜ ਦਾ ਇੱਕ ਸ਼ਬਦ ਹੈ, ਜਿਸ ਤੋਂ ਸਮਾਜਿਕ ਕਰਮ ਵਿਕਾਸ ਦੀ ਗੱਲ ਕੀਤੀ ਗਈ ਹੈ। ਐਵੋਲਿਊਸ਼ਨ ਕਰਮ ਵਿਕਾਸ ਦਾ ਸ਼ਾਬਦਿਕ ਅਰਥ ਹੈ ਪ੍ਰਦਰਸ਼ਿਤ ਹੋਣਾ। ਐਵੋਲਿਊਸ਼ਨ ਕਰਮ ਵਿਕਾਸ, ਇਸ ਦਾ ਸ਼ਾਬਦਿਕ ਅਰਥ ਹੈ ਪ੍ਰਦਰਸ਼ਿਤ ਹੋਣਾ। ਇਹਦਾ ਸ਼ਾਬਦਿਕ ਅਰਥ ਹੈ ਕਰਮ ਵਿਕਾਸ ਦਾ। ਇਸ ਤਰ੍ਹਾਂ ਸਮਾਜ ਦੇ ਵਿੱਚ ਜਦੋਂ ਕੁਝ ਇਸ ਤਰ੍ਹਾਂ ਦੇ ਲੁਕੇ ਹੋਏ ਤੱਤ ਸਾਡੇ ਸਾਹਮਣੇ ਆਉਂਦੇ ਨੇ ਤਾਂ ਉਹ ਕਰਮ ਵਿਕਾਸ ਦੇ ਰਾਹੀਂ ਹੀ ਹੁੰਦੇ ਨੇ। ਕਰਮ ਵਿਕਾਸ, ਜਿਸ ਦਾ ਸ਼ਾਬਦਿਕ ਅਰਥ ਹੈ ਪ੍ਰਦਰਸ਼ਿਤ ਹੋਣਾ, ਇੱਕ ਪ੍ਰਕਿਰਿਆ ਹੈ ਜਿਸ ਵਿੱਚ ਕਿਸੇ ਵਸਤੂ ਦੇ ਲੁਕੇ ਹੋਏ ਜਾਂ ਅਸਪਸ਼ਟ ਪਹਿਲੂ ਜਾਂ ਵਿਸ਼ੇਸ਼ਤਾਵਾਂ ਆਪਣੇ ਆਪ ਨੂੰ ਪ੍ਰਗਟ ਕਰਦੀਆਂ ਹਨ। ਇਹ ਇੱਕ ਅਜਿਹਾ ਪਰਿਵਰਤਨ ਹੁੰਦਾ ਹੈ ਜਿਸ ਵਿੱਚ ਬਦਲੀ ਹੋਈ ਵਸਤੂ ਦੇ ਅੰਦਰ ਦੇ ਅਨੇਕਾਂ ਪਹਿਲੂਆਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਕਿਸੇ ਵੀ ਵਸਤੂ ਦੇ ਲੁਕੇ ਹੋਏ ਗੁਣ ਸਾਹਮਣੇ ਆਉਂਦੇ ਹਨ। ਅਸੀਂ ਉਸ ਸਥਿਤੀ ਨੂੰ ਕਰਮ ਵਿਕਾਸ ਨਹੀਂ ਕਹਿ ਸਕਦੇ ਜਿਸ ਵਿੱਚ ਬਦਲੀ ਹੋਈ ਇਕਾਈ ਦੇ ਅੰਦਰ ਉਹਨਾਂ ਸ਼ਕਤੀਆਂ ਨੂੰ ਵਿਅਕਤ ਕਰਨ ਦੇ ਰੂਪ ਵਿੱਚ ਹੋਣਾ ਚਾਹੀਦਾ ਹੈ। ਅਸੀਂ ਕਰਮ ਵਿਕਾਸ ਉਸ ਨੂੰ ਨਹੀਂ ਕਹਿ ਸਕਦੇ ਜਿਸ ਵਿੱਚ ਕੋਈ ਵਸਤੂ ਜਾਂ ਵਿਵਸਥਾ ਸਿਰਫ ਬਾਹਰੀ ਸ਼ਕਤੀਆਂ ਦੇ ਦਬਾਅ ਪੈਣ ਨਾਲ ਬਦਲ ਜਾਂਦੀ ਹੈ। ਕਰਮ ਵਿਕਾਸ ਹੈ ਜਿਹੜਾ ਇਹ ਅਚਾਨਕ ਨਹੀਂ ਹੁੰਦਾ ਕਿ ਕਿਸੇ ਬਾਹਰੀ ਵਸਤੂਆਂ ਦਾ ਦਬਾਅ ਪਿਆ ਤੇ ਸਮਾਜ ਦੇ ਵਿੱਚ ਪਰਿਵਰਤਨ ਹੋ ਗਿਆ। ਕਰਮ ਵਿਕਾਸ ਜਿਹੜਾ ਹੈਗਾ ਇਹ ਆਪਣੇ ਆਪ ਹੌਲੀ ਹੌਲੀ ਹੁੰਦਾ ਰਹਿੰਦਾ ਹੈ ਤੇ ਸਮਾਜ ਦੇ ਵਿੱਚ ਕੁਝ ਲੁਕੇ ਹੋਏ ਤੱਤ ਸਾਡੇ ਸਾਹਮਣੇ ਆਉਂਦੇ ਨੇ। ਬਹੁਤ ਹੌਲੀ ਰਫ਼ਤਾਰ ਦੇ ਵਿੱਚ ਹੁੰਦਾ ਹੈ, ਬਹੁਤ ਧੀਮੀ ਰਫ਼ਤਾਰ ਦੇ ਵਿੱਚ ਹੁੰਦਾ ਹੈ ਤੇ ਇਹ ਇਸ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ। ਕਰਮ ਵਿਕਾਸ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ, ਇਹ ਆਪਣੇ ਆਪ ਹੀ ਹੁੰਦਾ ਹੈ।
ਜੇ ਆਪਣੇ ਆਪ ਹੋ ਰਿਹਾ ਤਾਂ ਅਸੀਂ ਇਹਨੂੰ ਕਰਮ ਵਿਕਾਸ ਕਹਾਂਗੇ। ਜੇਕਰ ਸਮਾਜ ਦੇ ਵਿੱਚ ਕੁਛ ਬਾਹਰੀ ਦਬਾਅ ਕਾਰਨ ਪਰਿਵਰਤਨ ਹੋ ਰਿਹਾ ਤਾਂ ਉਹ ਸਮਾਜਿਕ ਕਰਮ ਵਿਕਾਸ ਨਹੀਂ ਹੈ। ਕਰਮ ਵਿਕਾਸ ਸ਼ਾਬਦਿਕ ਅਰਥਾਂ ਨੂੰ ਸਮਾਜ 'ਤੇ ਲਾਗੂ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਸਮਾਜਿਕ ਕਰਮ ਵਿਕਾਸ ਕਿਸੇ ਨਿਸ਼ਚਿਤ ਦਿਸ਼ਾ ਵਿੱਚ ਹੋਣ ਵਾਲੇ ਨਿਰੰਤਰ ਲੜੀਬੱਧ ਪਰਿਵਰਤਨ ਨੂੰ ਕਹਿੰਦੇ ਨੇ, ਜੋ ਸਮਾਜ ਦੇ ਅੰਦਰੂਨੀ ਗੁਣਾਂ ਦੇ ਫਲਸਰੂਪ ਪੈਦਾ ਹੁੰਦਾ ਹੈ, ਜਿਸ ਦੀ ਪ੍ਰਵਿਰਤੀ ਜਿਹੜਾ ਸਮਾਜਿਕ ਪਰਿਵਰਤਨ ਹੈ ਕਰਮ ਵਿਕਾਸ ਦੇ ਰਾਹੀਂ ਹੋ ਰਿਹਾ ਹੈ, ਉਸ ਦੀ ਪ੍ਰਕਿਰਤੀ ਕੀ ਹੈ, ਪ੍ਰਵਿਰਤੀ ਕੀ ਹੈ। ਇਹ ਇਸ ਤਰ੍ਹਾਂ ਦਾ ਪਰਿਵਰਤਨ ਸਮਾਜ ਦੇ ਵਿੱਚ ਜੋ ਕਰਮ ਵਿਕਾਸ ਦੇ ਰਾਹੀਂ ਹੋਵੇਗਾ, ਕਰਮ ਵਿਕਾਸ ਰਾਹੀਂ ਹੋਣ ਵਾਲਾ ਪਰਿਵਰਤਨ ਸਰਲਤਾ ਤੋਂ ਜਟਿਲਤਾ ਵੱਲ ਜਾਵੇਗਾ, ਸਧਾਰਨ ਤੋਂ ਅਸਧਾਰਨ ਵੱਲ ਜਾਏਗਾ, ਸਪਸ਼ਟਤਾ ਤੋਂ ਅਸਪਸ਼ਟਤਾ ਵੱਲ ਜਾਏਗਾ। ਹੁਣ ਕਰਮ ਵਿਕਾਸ ਦੀ ਐਗਜ਼ਾਮਪਲ ਅਸੀਂ ਲੈਂਦੇ ਹਾਂ ਜੋ ਸਮਾਜ ਦੇ ਵਿੱਚ ਪਰਿਵਰਤਨ ਕਰਮ ਵਿਕਾਸ ਨਾਲ ਹੋਇਆ। ਉੱਥੇ ਅਸੀਂ ਸੁਸਾਇਟੀ ਦੀ ਗੱਲ ਕਰਦੇ ਹਾਂ। ਟ੍ਰੈਡੀਸ਼ਨਲ ਸੁਸਾਇਟੀਜ਼ ਤੇ ਮਾਡਰਨ ਸੁਸਾਇਟੀਜ਼। ਹੁਣ ਟ੍ਰੈਡੀਸ਼ਨਲ ਸੁਸਾਇਟੀਜ਼ ਕਿਹੜੀਆਂ ਨੇ ਤੇ ਮਾਡਰਨ ਸੁਸਾਇਟੀਜ਼ ਕਿਹੜੀਆਂ ਨੇ? ਟ੍ਰੈਡੀਸ਼ਨਲ ਲਾਈਫ ਦੇ ਵਿੱਚ ਕੀ ਕੁਛ ਹੁੰਦਾ ਸੀਗਾ? ਟਰਾਈਬਲ ਲੋਕ ਹੁੰਦੇ ਸੀ, ਲੋਕਾਂ ਦੀ ਲਾਈਫ ਸਿੰਪਲ ਸੀ। ਲੋਕ ਪਹਾੜਾਂ ਤੇ ਜੰਗਲਾਂ ਦੇ ਵਿੱਚ ਸਿੰਪਲ ਇੱਕ ਸਪੈਸੀਫਿਕ ਥਾਂ 'ਤੇ ਹੀ ਰਹਿੰਦੇ ਸੀ, ਛੋਟੀ ਜਿਹੀ ਥਾਂ 'ਤੇ ਹੀ ਲੋਕ ਆਪਣਾ ਸਾਰਾ ਗੁਜ਼ਾਰਾ ਕਰ ਲੈਂਦੇ ਸੀ। ਇੱਥੇ ਉਹਨਾਂ ਦੇ ਇਕਨੋਮਿਕਸ ਨੀਡਸ ਪੂਰੀਆਂ ਹੋ ਗਈਆਂ, ਇੱਥੇ ਪੋਲੀਟੀਕਲ ਨੀਡਸ ਪੂਰੀਆਂ ਹੋ ਗਈਆਂ, ਇੱਥੇ ਉਹਨਾਂ ਦੀ ਐਜੂਕੇਸ਼ਨ ਮਿਲ ਗਈ, ਇੱਥੇ ਉਹਨਾਂ ਦੇ ਬਾਕੀ ਸਾਰੀਆਂ ਐਕਟੀਵਿਟੀਜ਼, ਰਿਲੀਜੀਅਸ ਐਕਟੀਵਿਟੀਜ਼ ਵੀ ਇੱਥੇ ਕਰ ਲਈਆਂ, ਸਾਰਾ ਇੱਕੋ ਥਾਂ 'ਤੇ ਹੋ ਜਾਂਦਾ ਸੀ। ਇਹ ਸੀਗੀ ਸਿੰਪਲ ਲਾਈਫ, ਸਿੰਪਲ, ਠੀਕ ਹੈ, ਇਹ ਸਿੰਪਲ ਲਾਈਫ ਸਟਾਈਲ ਸੀਗਾ। ਤੇ ਇੱਥੇ ਆ ਗਿਆ ਸੀ ਮਾਡਰਨ ਮਾਡਰਨ ਸੋਸਾਇਟੀ ਦੇ ਵਿੱਚ ਐਡਵਾਂਸ ਲਾਈਫ ਸਟਾਈਲ ਹੋਏਗਾ ਜਾਂ ਕੰਪਲੈਕਸ ਲਾਈਫ ਸਟਾਈਲ ਹੋਏਗਾ। ਇੱਥੇ ਸਿੰਪਲ ਸੀ, ਇੱਥੇ ਕੰਪਲੈਕਸ ਆ ਜਾਏਗਾ। ਮਾਡਰਨ ਸੋਸਾਇਟੀ ਦੇ ਵਿੱਚ ਅਸੀਂ ਕਿਹਨਾਂ ਨੂੰ ਕੰਸੀਡਰ ਕਰਦੇ ਹਾਂ? ਇੰਡਸਟਰੀਜ਼, ਇੰਡਸਟਰੀਅਲ ਸੁਸਾਇਟੀਜ਼। ਜਿਵੇਂ ਇੱਥੇ ਟਰਾਈਬਲ ਸੁਸਾਇਟੀ ਸੀਗੀਆਂ, ਇੱਥੇ ਇੰਡਸਟਰੀਅਲ ਸੁਸਾਇਟੀਜ਼ ਨੇ। ਹੁਣ ਜਿਹੜੇ ਲੋਕ ਨੇ ਉਹ ਇੰਨੇ ਸਪੈਸੀਫਿਕ ਏਰੀਏ ਦੇ ਵਿੱਚ ਹੀ ਨਹੀਂ ਰਹਿ ਰਹੇ, ਇੱਥੇ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ। ਹੁਣ ਕੀ ਹੈ, ਜੇਕਰ ਇਸ ਦੇ ਵਿੱਚ ਵੱਖ-ਵੱਖ ਫੈਮਲੀਜ਼ ਰਹਿ ਰਹੀਆਂ ਨੇ, ਇਸ ਫੈਮਿਲੀ ਦੇ ਵਿੱਚ 4 ਲੋਕ ਨੇ, ਇਸ ਦੇ ਵਿੱਚ 4 ਲੋਕ ਨੇ, ਇਸ ਦੇ ਵਿੱਚ 5 ਲੋਕ ਨੇ, 4 ਲੋਕ ਨੇ, ਜਿੰਨੇ ਵੀ ਹੈਗੇ ਨੇ। ਹੁਣ ਇਸ ਪਹਿਲਾਂ ਸਾਰੇ ਇੱਕੋ ਹੀ ਥਾਂ 'ਤੇ ਇੱਥੇ ਹੀ ਰਹਿੰਦੇ ਸੀ। ਹੁਣ ਕੀ ਹੋਇਆ, ਇਹਨਾਂ ਫੈਮਲੀਜ਼ ਦੇ ਵਿੱਚੋਂ ਜਿਹੜੇ ਬੱਚੇ ਪੜ੍ਹ ਲਿਖ ਜਾਂਦੇ ਨੇ ਉਹ ਆਪਣਾ ਜਿੱਥੇ ਉਹਨਾਂ ਨੂੰ ਜੌਬ ਮਿਲਦੀ ਹੈ, ਜਿੱਥੇ ਉਹਨਾਂ ਨੂੰ ਕੰਮ ਮਿਲਦਾ ਹੈ, ਜਿੱਥੇ ਉਹਨਾਂ ਨੂੰ ਲੋੜ ਹੈਗੀ ਆ, ਉੱਥੇ ਜਾ ਕੇ ਆਪਣੀ ਸਪੈਸ਼ਲਾਈਜੇਸ਼ਨ ਦੇ ਬੇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ। ਇਸ ਸੁਸਾਇਟੀ ਦੇ ਵਿੱਚੋਂ ਉਹ ਬਾਹਰ ਨਿਕਲ ਜਾਂਦੇ ਨੇ, ਦੂਸਰਾ ਕੋਈ ਹੋਰ ਵਿਅਕਤੀ ਉਹ ਇੱਥੇ ਚਲਾ ਜਾਂਦਾ ਹੈ। ਪਹਿਲਾਂ ਦੇ ਟਾਈਮ ਦੇ ਵਿੱਚ ਸਾਰੀਆਂ ਜ਼ਰੂਰਤਾਂ ਇੱਥੇ ਪੂਰੀਆਂ ਹੋ ਰਹੀਆਂ ਸੀ, ਹੁਣ ਇਸ ਤਰ੍ਹਾਂ ਨਹੀਂ ਹੋ ਰਿਹਾ। ਹੁਣ ਵੱਖ-ਵੱਖ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਇਹ ਸੁਸਾਇਟੀ ਤੋਂ ਬਾਹਰ ਜਾਣਾ ਪੈ ਰਿਹਾ। ਸਕੂਲ ਦੀ ਐਜੂਕੇਸ਼ਨ ਪੂਰੀ ਕਰਨ ਦੇ ਲਈ ਬਾਹਰ ਜਾਣਾ ਹੋਏਗਾ ਪਰਿਵਾਰ ਤੋਂ, ਯੂਨੀਵਰਸਿਟੀਜ਼ ਐਜੂਕੇਸ਼ਨ ਲੈਣ ਦੇ ਲਈ ਇੱਥੋਂ ਨਿਕਲ ਕੇ ਸ਼ਹਿਰ ਦੇ ਵਿੱਚ ਜਾਣਾ ਪੈ ਸਕਦਾ। ਇਸ ਤਰ੍ਹਾਂ ਇਹ ਕੰਮ ਲੈਣ ਦੇ ਲਈ ਅਸੀਂ ਉਹ ਥਾਂ 'ਤੇ ਜਾਵਾਂਗੇ ਜਿੱਥੇ ਇੰਡਸਟਰੀਜ਼ ਹੋਣਗੀਆਂ। ਹੁਣ ਕੀ ਆ, ਇਹ ਸੁਸਾਇਟੀ ਇੰਨੀ ਕੁ ਥਾਂ 'ਤੇ ਨਹੀਂ ਰਹਿ ਗਈ, ਸਿੰਪਲ ਨਹੀਂ ਰਹਿ ਗਈ। ਹੁਣ ਇਹ ਕੰਪਲੈਕਸ ਹੋ ਗਈ ਹੈ। ਕੰਪਲੈਕਸ ਹੋ ਗਿਆ ਨਾ, ਕਿੰਨਾ ਵਾਧਾ ਹੋ ਗਿਆ ਇਹਦੇ ਵਿੱਚ, ਗਰੋਥ ਹੋਈ ਹੈ। ਅਤੇ ਇਹ ਸੁਸਾਇਟੀ ਦੇ ਵਿੱਚ ਜਦੋਂ ਅਸੀਂ ਇਸ ਸੁਸਾਇਟੀ ਦੇ ਵਿੱਚ ਇੱਥੋਂ ਸਿੰਪਲ ਸੁਸਾਇਟੀ ਤੋਂ ਅਸੀਂ ਐਡਵਾਂਸ ਜਾਂ ਮਾਡਰਨ ਸੁਸਾਇਟੀ ਦੇ ਵਿੱਚ ਆਏ ਹਾਂ, ਤਾਂ ਅਸੀਂ ਕਿਸ ਦੇ ਰਾਹੀਂ ਆਏ ਹਾਂ? ਕਰਮ ਵਿਕਾਸ ਦੇ, ਕਰਮ ਵਿਕਾਸ ਦੇ ਰਾਹੀਂ ਅਸੀਂ ਇੱਥੇ ਪਹੁੰਚੇ ਹਾਂ। ਹੁਣ ਅਸੀਂ ਸਿੰਪਲ ਤੋਂ ਕੰਪਲੈਕਸ ਵੱਲ ਚਲੇ ਗਏ ਹਾਂ, ਸਰਲ ਤੋਂ ਜਟਿਲਤਾ ਵੱਲ ਚਲੇ ਗਏ ਹਾਂ, ਸਧਾਰਨ ਤੋਂ ਅਸਧਾਰਨ ਵੱਲ ਚਲੇ ਗਏ ਹਾਂ। ਠੀਕ ਹੈ, ਇਸ ਐਗਜ਼ਾਮਪਲ ਤੋਂ ਅਸੀਂ ਸਾਰਾ ਹੀ ਸਮਝ ਆ ਜਾਣਾ ਸਾਨੂੰ। ਇੱਥੇ ਸਪਸ਼ਟਤਾ ਤੋਂ ਅਸੀਂ ਅਸਪਸ਼ਟਤਾ ਵੱਲ ਚਲੇ ਗਏ ਹਾਂ। ਇੱਥੇ ਸਾਡੀ ਲਾਈਫ ਬਿਲਕੁਲ ਸਪਸ਼ਟ ਸੀ, ਇੱਥੇ ਅਸੀਂ ਕੰਪਲੈਕਸ ਹੋ ਕੇ ਅਸਪਸ਼ਟ ਹੋ ਗਏ,
ਇਸ ਤਰ੍ਹਾਂ ਸਾਡੀ ਲਾਈਫ ਦੇ ਵਿੱਚ ਚੇਂਜ ਆਇਆ ਜਿਹੜਾ ਇਹ ਹੌਲੀ ਹੌਲੀ ਹੋਇਆ। ਇਹ ਤਾਂ ਹੈ ਨਹੀਂ ਕਿ ਅੱਜ ਅਸੀਂ ਸਿੰਪਲ ਸੁਸਾਇਟੀ ਦੇ ਵਿੱਚ ਹੈਗੇ ਹਾਂ, ਸਿੰਪਲ ਸੁਸਾਇਟੀ ਦੇ ਵਿੱਚ ਅਸੀਂ ਰਹਿ ਰਹੇ ਹਾਂ ਅੱਜ ਅਸੀਂ, ਅਤੇ ਅਸੀਂ 2 ਦਿਨ ਬਾਅਦ ਐਡਵਾਂਸ ਸੁਸਾਇਟੀ ਦੇ ਵਿੱਚ ਚਲੇ ਗਏ। ਸਦੀਆਂ ਲੱਗ ਗਈਆਂ ਇੱਥੋਂ ਇੱਥੇ ਪਹੁੰਚਣ ਦੇ ਲਈ। ਹੌਲੀ ਹੌਲੀ ਚੱਲਦੇ ਚੱਲਦੇ ਅਸੀਂ ਇੱਥੇ ਪਹੁੰਚੇ ਹਾਂ ਮਾਡਰਨ ਸੁਸਾਇਟੀਜ਼ ਦੇ ਵਿੱਚ। ਤਾਂ ਇਹ ਇੱਕ ਕਰਮ ਵਿਕਾਸ ਹੈ। ਇੱਕ ਸਥਾਨ ਤੋਂ ਦੂਜੀ ਸਥਾਨ ਦੇ ਵਿੱਚ, ਇੱਕ ਸਟੇਜ ਤੋਂ ਦੂਜੀ ਸਟੇਜ ਦੇ ਵਿੱਚ ਪਰਿਵਰਤਨ ਹੋਇਆ। ਇਹ ਪਰਿਵਰਤਨ ਜਿਹੜਾ ਹੈਗਾ ਨਿਰੰਤਰ ਹੋਇਆ, ਨਿਰੰਤਰ ਪਰਿਵਰਤਨ ਹੋਇਆ ਤੇ ਨਿਸ਼ਚਿਤ ਦਿਸ਼ਾ ਵਿੱਚ ਹੋਇਆ। ਇਸ ਨੂੰ ਹੀ ਅਸੀਂ ਕਰਮ ਵਿਕਾਸ ਕਹਿੰਦੇ ਹਾਂ। ਹੁਣ ਜਿਹੜਾ ਇਹ ਇਸ ਤਰ੍ਹਾਂ ਦਾ ਸਮਾਜਿਕ ਪਰਿਵਰਤਨ ਹੋਇਆ ਜੋ ਕਰਮ ਵਿਕਾਸ ਦੇ ਰਾਹੀਂ ਹੋਇਆ, ਇਸ ਦੇ ਨਾਲ ਕੀ ਹੋਇਆ? ਸਮਾਜ ਦੇ ਵਿੱਚ ਸਮਾਜਿਕ ਸੰਰਚਨਾ ਅਤੇ ਕਾਰਜਾਂ ਵਿੱਚ ਪਰਿਵਰਤਨ ਲੈ ਕੇ ਆਇਆ। ਇਹ ਇਸ ਤਰ੍ਹਾਂ ਦੇ ਪਰਿਵਰਤਨ ਆਉਣ ਦੇ ਨਾਲ ਸਮਾਜ ਦੇ ਵਿੱਚ ਸਮਾਜਿਕ ਸੰਰਚਨਾ ਟਰਾਈਬਲ ਸੁਸਾਇਟੀ ਤੋਂ ਅਸੀਂ ਸਿੱਧਾ ਮਾਡਰਨ ਸੁਸਾਇਟੀ ਦੇ ਵਿੱਚ ਚਲੇ ਗਏ। ਟਰਾਈਬਲ ਤੋਂ ਅਸੀਂ ਮਾਡਰਨ ਵੱਲ ਗਏ ਹਾਂ। ਤੇ ਸਮਾਜਿਕ ਸੰਰਚਨਾ ਦੇ ਵਿੱਚ ਇੱਥੇ ਸਿੰਪਲ ਲਾਈਫ ਸੀਗੀ, ਇੱਥੇ ਕੰਪਲੈਕਸ ਹੋ ਗਿਆ, ਸੰਰਚਨਾ ਦੇ ਵਿੱਚ ਚੇਂਜ ਹੋ ਗਿਆ। ਇੱਥੇ ਸਾਰੀਆਂ ਜ਼ਰੂਰਤਾਂ ਸਾਡੀਆਂ ਇੰਨੇ ਕੁ ਏਰੀਏ ਦੇ ਵਿੱਚ ਪੂਰੀਆਂ ਹੋ ਜਾਂਦੀਆਂ ਸੀ। ਹੁਣ ਇੱਥੇ ਸਾਰੀਆਂ ਜ਼ਰੂਰਤਾਂ ਪੂਰੀਆਂ ਇੱਕ ਥਾਂ 'ਤੇ ਨਹੀਂ ਹੁੰਦੀਆਂ, ਵੱਖ-ਵੱਖ ਜ਼ਰੂਰਤਾਂ ਦੇ ਲਈ ਸਾਨੂੰ ਵੱਖ-ਵੱਖ ਥਾਵਾਂ 'ਤੇ ਜਾਣਾ ਪੈਂਦਾ ਹੈ। ਇਸ ਤਰ੍ਹਾਂ ਕੀ ਹੋਇਆ ਕਿ ਸਮਾਜਿਕ ਸੰਰਚਨਾ ਅਤੇ ਸਮਾਜਿਕ ਕਾਰਜਾਂ ਦੇ ਵਿੱਚ ਵੀ ਪਰਿਵਰਤਨ ਹੋ ਗਿਆ। ਇਸ ਦੇ ਨਾਲ ਕਰਮ ਵਿਕਾਸ ਦੇ ਨਾਲ ਸਮਾਜ ਦੇ ਵਿੱਚ ਸਮਾਜਿਕ ਸੰਰਚਨਾ ਅਤੇ ਸਮਾਜਿਕ ਕਾਰਜਾਂ ਦੇ ਵਿੱਚ ਵੀ ਪਰਿਵਰਤਨ ਹੁੰਦਾ ਹੈ। ਇਸ ਤਰ੍ਹਾਂ ਕਰਮ ਵਿਕਾਸ ਇੱਕ ਸਮਾਜਿਕ ਪ੍ਰਕਿਰਿਆ ਹੈ ਜੋ ਨਿਸ਼ਚਿਤ ਦਿਸ਼ਾ ਵਿੱਚ ਹੁੰਦੀ ਹੈ ਅਤੇ ਪ੍ਰਕਿਰਤੀ ਵਿੱਚ ਗੁਣਾਤਮਕ ਹੁੰਦੀ, ਪ੍ਰਕਿਰਤੀ ਵਿੱਚੋਂ ਗੁਣਾਤਮਕ ਹੁੰਦੀ ਹੈ, ਜੋ ਕਿ ਸਮਾਜਿਕ ਸੰਰਚਨਾ ਜਾਂ ਕਾਰਜਾਂ ਦੇ ਵਿੱਚ ਵਿਭੇਦੀਕਰਨ, ਵਿਸ਼ੇਸ਼ੀਕਰਨ ਤੇ ਏਕੀਕਰਨ ਨੂੰ ਉਤਪੰਨ ਕਰਦੀ ਹੈ। ਜਦੋਂ ਸਮਾਜ ਦੀ ਸੰਰਚਨਾ ਤੇ ਕਾਰਜਾਂ ਦੇ ਵਿੱਚ ਪਰਿਵਰਤਨ ਹੋਇਆ ਤਾਂ ਕੀ ਹੈ? ਵਿਸ਼ੇਸ਼ੀਕਰਨ ਆਇਆ, ਸਪੈਸ਼ਲਾਈਜੇਸ਼ਨ ਆਈ, ਏਕੀਕਰਨ ਆਇਆ, ਜਿਸ ਦੇ ਨਾਲ ਸਮਾਜ ਦੇ ਵਿੱਚ ਹੋਰ ਜ਼ਿਆਦਾ ਪਰਿਵਰਤਨ ਹੋਏ। ਪਹਿਲਾਂ ਦੇ ਟਾਈਮ 'ਤੇ ਇੱਕ ਥਾਂ 'ਤੇ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਸੀ, ਇੱਕ ਵਿਅਕਤੀ ਹੀ ਜਿਹੜੀਆਂ ਰਾਜਨੀਤਿਕ ਗਤੀਵਿਧੀਆਂ ਵੀ ਕਰਦਾ ਸੀ, ਆਰਥਿਕ ਗਤੀਵਿਧੀਆਂ ਵੀ ਕਰਦਾ ਸੀ, ਧਾਰਮਿਕ ਵੀ। ਅਤੇ ਇੱਥੇ ਆ ਕੇ ਕੀ ਹੋਇਆ ਮਾਡਰਨ ਸੁਸਾਇਟੀ ਦੇ ਵਿੱਚ ਕਿ ਰਾਜਨੀਤਿਕ ਐਕਟੀਵਿਟੀ ਕਰਨ ਦੇ ਲਈ ਹੋਰ ਲੋਕ ਨੇ, ਆਰਥਿਕ ਐਕਟੀਵਿਟੀ ਦੇ ਲਈ ਹੋਰ ਲੋਕ ਨੇ, ਧਾਰਮਿਕ ਐਕਟੀਵਿਟੀ ਲਈ ਹੋਰ ਲੋਕ ਨੇ। ਹੁਣ ਇੱਥੇ ਕੀ ਹੋਇਆ ਕਿ ਵਿਸ਼ੇਸ਼ੀਕਰਨ ਆ ਗਿਆ, ਸਪੈਸ਼ਲਾਈਜੇਸ਼ਨ ਆ ਗਈ। ਇਸ ਤਰ੍ਹਾਂ ਕਰਮ ਵਿਕਾਸ ਦੇ ਨਾਲ ਜਦੋਂ ਪਰਿਵਰਤਨ ਹੁੰਦਾ ਤਾਂ ਉਹਦੇ ਨਾਲ ਵਿਸ਼ੇਸ਼ੀਕਰਨ, ਵਿਭੇਦੀਕਰਨ ਤੇ ਏਕੀਕਰਨ ਉਤਪੰਨ ਹੁੰਦਾ ਹੈ। ਇਸ ਤਰ੍ਹਾਂ ਸਮਾਜ ਦੇ ਵਿੱਚ ਇਹ ਪਰਿਵਰਤਨ ਸਾਨੂੰ ਦੇਖਣ ਨੂੰ ਮਿਲਦੇ ਹੈ ਜਿਹੜੇ ਕਿ ਕਰਮ ਵਿਕਾਸ ਰਾਹੀਂ ਹੁੰਦੇ ਨੇ। ਅੱਗੇ ਇਸ ਦੀ ਪਰਿਭਾਸ਼ਾ ਦਿੱਤੀ ਹੈ ਮੈਕਾਈਵਰ ਨੇ। ਉਹ ਕਹਿੰਦਾ ਹੈ ਕਿ ਸਮਾਜਿਕ ਜੀਵਨ ਦਾ ਕਰਮ ਵਿਕਾਸ ਨਹੀਂ ਹੁੰਦਾ, ਇਹ ਤਾਂ ਵਾਧਾ ਹੈ ਅਤੇ ਵਧੇਰੇ ਪੂਰਨ ਅਤੇ ਗਹਿਰਾ ਹੁੰਦਾ ਹੈ। ਕਰਮ ਵਿਕਾਸ ਹੋਣ ਦੇ ਨਾਲ ਸਮਾਜ ਦੇ ਵਿੱਚ ਵਾਧਾ ਹੁੰਦਾ ਹੈ, ਗਹਿਰਾ ਹੁੰਦਾ ਹੈ ਤੇ ਪੂਰਨ ਹੁੰਦਾ ਹੈ। ਹੁਣ ਅਸੀਂ ਨੇ ਦੇਖਿਆ ਹੀ ਹੈ ਕਿ ਸਮਾਜ ਦੇ ਵਿੱਚ ਜਿਵੇਂ ਕਰਮ ਵਿਕਾਸ ਹੁੰਦਾ ਹੈ ਤਾਂ ਇੱਕ ਸਟੇਜ ਤੋਂ ਅਸੀਂ ਦੂਜੀ ਸਟੇਜ ਦੇ ਵਿੱਚ, ਇੱਕ ਅਵਸਥਾ ਤੋਂ ਦੂਜੀ ਅਵਸਥਾ ਦੇ ਵਿੱਚ ਚਲੇ ਜਾਂਦੇ ਹਾਂ। ਜਿਵੇਂ ਜਿਵੇਂ ਮਨੁੱਖ ਦੀਆਂ ਲੋੜਾਂ ਵੱਧਦੀਆਂ ਹਨ ਤਿਵੇਂ ਤਿਵੇਂ ਸਮਾਜਿਕ ਸੰਰਚਨਾ ਵੀ ਇਸ ਦੇ ਅਨੁਸਾਰ ਬਦਲਦੀ ਹੈ, ਜਿਸ ਵਿੱਚ ਇਹਨਾਂ ਲੋੜਾਂ ਦੀ ਪੂਰਤੀ ਹੁੰਦੀ ਹੈ। ਇਹ ਹੀ ਕਰਮ ਵਿਕਾਸ ਦਾ ਅਰਥ ਹੈ। ਮੈਕਾਈਵਰ ਕਹਿੰਦਾ ਹੈ ਕਿ ਜਿਵੇਂ ਜਿਵੇਂ ਲੋੜਾਂ ਵੱਧਦੀਆਂ ਨੇ, ਹੁਣ ਇੱਥੇ ਇਹ ਲੋੜਾਂ ਪੂਰੀਆਂ ਹੋ ਰਹੀਆਂ ਸੀ ਤਾਂ ਸਾਰੇ ਲੋਕ ਇੱਥੇ ਰਹਿ ਰਹੇ ਸੀ। ਹੌਲੀ ਹੌਲੀ ਇੱਥੋਂ ਮਾਡਰਨ ਸੁਸਾਇਟੀ ਦੇ ਵਿੱਚ ਜਾਣ ਦੀ ਲੋੜ ਪਈ ਕਿਉਂਕਿ ਮਨੁੱਖ ਦੀਆਂ ਜ਼ਰੂਰਤਾਂ ਵੱਧ ਗਈਆਂ। ਮਨੁੱਖ ਦੀਆਂ ਲੋੜਾਂ ਅਨੁਸਾਰ ਮਨੁੱਖ ਜਿਹੜਾ ਹੈਗਾ ਨਵੀਂ ਨਵੀਂ ਖੋਜ ਕਰਦਾ ਰਹਿੰਦਾ ਹੈ ਅਤੇ ਉਹ ਇੱਕ ਥਾਂ ਤੋਂ, ਇੱਕ ਸਟੇਜ ਤੋਂ ਦੂਜੀ ਸਟੇਜ ਦੇ ਵਿੱਚ ਚਲਾ ਜਾਂਦਾ ਹੈ। ਇਸ ਤਰ੍ਹਾਂ ਨੈਕਸਟ ਪਰਿਭਾਸ਼ਾ ਜਿਹੜੀ ਹੈ ਉਹ ਦਿੱਤੀ ਹੈ ਮੈਕਾਈਵਰ ਤੇ ਪੇਜ ਨੇ। ਮੈਕਾਈਵਰ ਤੇ ਪੇਜ ਦੇ ਅਨੁਸਾਰ
ਜਿੱਥੇ ਕਿਤੇ ਵੀ ਸਮਾਜ ਦੇ ਇਤਿਹਾਸ ਵਿੱਚ ਸਮਾਜ ਦੇ ਕਾਰਜਾਂ ਅਤੇ ਜਿੱਥੇ ਕਿਤੇ ਵੀ ਸਮਾਜ ਦੇ ਇਤਿਹਾਸ ਵਿੱਚ ਸਮਾਜ ਦੇ ਅੰਗਾਂ ਅਤੇ ਇਕਾਈਆਂ ਦੇ ਵਿੱਚ ਵਾਧਾ ਹੋਵੇ, ਵਿਸ਼ੇਸ਼ੀਕਰਨ ਨੂੰ ਵੇਖਦੇ ਹਾਂ, ਉੱਥੇ ਅਸੀਂ ਇਸ ਨੂੰ ਕਰਮ ਵਿਕਾਸ ਕਹਿੰਦੇ ਹਾਂ। ਸਮਾਜ ਦੇ ਇਤਿਹਾਸ ਦੇ ਵਿੱਚ ਜਿੱਥੇ ਸਮਾਜ ਦੇ ਵੱਖ-ਵੱਖ ਅੰਗਾਂ ਦੇ ਜਾਂ ਇਕਾਈਆਂ ਦੇ ਵਿੱਚ ਵਾਧਾ ਹੁੰਦਾ ਹੈ ਤਾਂ ਉਸ ਨੂੰ ਅਸੀਂ ਸਮਾਜਿਕ ਕਰਮ ਵਿਕਾਸ ਕਹਿੰਦੇ ਹਾਂ। ਸਮਾਜਿਕ ਕਰਮ ਵਿਕਾਸ ਆਉਣ ਦੇ ਨਾਲ ਕੀ ਹੁੰਦਾ ਹੈ? ਕਿਰਤ ਵੰਡ ਆਉਂਦੀ ਹੈ, ਵਿਸ਼ੇਸ਼ੀਕਰਨ ਆਉਂਦਾ ਹੈ, ਵਿਭੇਦੀਕਰਨ ਆਉਂਦਾ ਹੈ, ਨਾਲ ਨਾਲ ਏਕੀਕਰਨ ਵੀ ਆਉਂਦਾ ਹੈ, ਕਿਉਂਕਿ ਇੱਕ ਵਿਅਕਤੀ ਦੂਜੇ ਵਿਅਕਤੀਆਂ 'ਤੇ ਡਿਪੈਂਡ ਹੋ ਜਾਂਦਾ ਹੈ। ਇਹ ਅਸੀਂ ਕਾਫੀ ਡਿਟੇਲ ਦੇ ਵਿੱਚ ਇਹ ਲੈਕਚਰ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿਰਤ ਵੰਡ ਦਾ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਸਮਾਜ ਦੇ ਵਿੱਚ ਕਰਮ ਵਿਕਾਸ ਆਉਣ ਦੇ ਨਾਲ ਸਮਾਜ ਵੱਖ-ਵੱਖ ਸਟੇਜ ਦੇ ਵਿੱਚ ਚਲਾ ਜਾਂਦਾ ਹੈ। ਅਗਲਾ ਹੈ ਸਮਾਜਿਕ ਕਰਮ ਵਿਕਾਸ ਦੀਆਂ ਵਿਸ਼ੇਸ਼ਤਾਵਾਂ। ਵਿਸ਼ੇਸ਼ਤਾਵਾਂ ਇਹ ਨੇ ਕਿ ਸਮਾਜਿਕ ਕਰਮ ਵਿਕਾਸ ਦਾ ਸੰਬੰਧ ਵਿਅਕਤੀ ਜਾਂ ਕਿਸੇ ਜੀਵਤ ਵਸਤੂ ਵਿੱਚ ਹੋਣ ਵਾਲੇ ਪਰਿਵਰਤਨ ਨਾਲ ਹੈ। ਜਿਵੇਂ ਕਿ ਸਰੀਰ ਦੇ ਵਿੱਚ ਪਰਿਵਰਤਨ ਹੁੰਦੇ ਨੇ, ਉਵੇਂ ਸਮਾਜ ਦੇ ਵਿੱਚ ਪਰਿਵਰਤਨ ਹੁੰਦੇ ਨੇ। ਇਸ ਤਰ੍ਹਾਂ ਕਰਮ ਵਿਕਾਸ ਸਰੀਰ ਵੀ ਪਹਿਲਾਂ ਇੱਕ ਸੈੱਲ ਦੇ ਰੂਪ ਦੇ ਵਿੱਚ ਹੁੰਦਾ ਹੈ, ਫਿਰ ਹੌਲੀ ਹੌਲੀ ਜਿਵੇਂ ਜਿਵੇਂ ਉਹਦੇ 'ਚ ਵਾਧਾ ਹੁੰਦਾ ਤਾਂ ਉਹਦੇ ਵੱਖ-ਵੱਖ ਅੰਗ, ਹੱਥ, ਪੈਰ, ਅੱਖ, ਨੱਕ, ਕੰਨ, ਬਾਡੀ ਪੂਰੀ ਕੰਪਲੀਟ ਸਾਡੇ ਸਾਹਮਣੇ ਆ ਜਾਂਦੀ ਹੈ। ਠੀਕ ਹੈ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸੁਸਾਇਟੀ ਹੈ, ਪਹਿਲਾਂ ਇੱਥੇ ਸਿੰਪਲ ਸੀ, ਫਿਰ ਹੌਲੀ ਹੌਲੀ ਉਹਦੇ ਵੱਖ-ਵੱਖ ਅੰਗ, ਇਕਾਈਆਂ ਪੈਦਾ ਹੁੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਸਮਾਜਿਕ ਸੰਸਥਾਵਾਂ ਕਹਿੰਦੇ ਹਾਂ। ਵੱਖ-ਵੱਖ ਸੰਸਥਾਵਾਂ ਆਪਣਾ ਆਪਣਾ ਕੰਮ ਲੈ ਲੈਂਦੀਆਂ ਨੇ। ਇਸ ਤਰ੍ਹਾਂ ਸਮਾਜਿਕ ਕਰਮ ਵਿਕਾਸ ਇੱਕ ਜੈਵਿਕ ਧਾਰਨਾ ਹੈ, ਜਿਹੜੀ ਕਿ ਮਨੁੱਖੀ ਸਰੀਰ 'ਤੇ ਵੀ ਲਾਗੂ ਹੁੰਦੀ ਹੈ ਅਤੇ ਸਮਾਜ 'ਤੇ ਵੀ ਲਾਗੂ ਹੁੰਦੀ ਹੈ। ਸਮਾਜਿਕ ਕਰਮ ਵਿਕਾਸ ਇੱਕ ਨਿਸ਼ਚਿਤ ਦਿਸ਼ਾ ਦੇ ਵਿੱਚ ਹੋਣ ਵਾਲਾ ਪਰਿਵਰਤਨ ਹੈ। ਇਹ ਨਿਰੰਤਰ ਅਤੇ ਨਿਸ਼ਚਿਤ ਦਿਸ਼ਾ ਦੇ ਵਿੱਚ ਹੁੰਦਾ ਹੈ। ਸਮਾਜਿਕ ਕਰਮ ਵਿਕਾਸ ਸਮਾਜ ਦੇ ਵਿੱਚ ਅੰਦਰੂਨੀ ਕਾਰਨਾਂ ਕਰਕੇ ਆਉਂਦਾ ਹੈ। ਸਮਾਜ ਦੇ ਵਿੱਚ ਜੇਕਰ ਕੋਈ ਪਰਿਵਰਤਨ ਅੰਦਰੂਨੀ ਕਾਰਨਾਂ ਕਰਕੇ ਨਾ ਆਵੇ ਤੇ ਕਿਸੇ ਬਾਹਰੀ ਦਬਾਅ ਕਾਰਨ ਆਵੇ ਤਾਂ ਉਸ ਨੂੰ ਅਸੀਂ ਸਮਾਜਿਕ ਕਰਮ ਵਿਕਾਸ ਨਹੀਂ ਕਹਿੰਦੇ। ਸਮਾਜਿਕ ਕਰਮ ਵਿਕਾਸ ਸਰਲਤਾ ਤੋਂ ਜਟਿਲਤਾ ਵੱਲ ਹੁੰਦਾ ਹੈ, ਜਿਵੇਂ ਕਿ ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ। ਇਹ ਤਾਂ ਸੀਗਾ ਸਾਡੀ ਅੱਜ ਦੀ ਜਿਹੜੀ ਕਲਾਸ, ਜਿਸ ਦੇ ਵਿੱਚ ਅਸੀਂ ਨੇ ਕਰਮ ਵਿਕਾਸ ਦੀ ਗੱਲ ਕੀਤੀ ਹੈ। ਸਮਾਜਿਕ ਕਰਮ ਵਿਕਾਸ ਨੂੰ ਅਸੀਂ ਸਮੀਕਰਨ ਦੇ ਰਾਹੀਂ ਵੀ ਦੱਸ ਸਕਦੇ ਹਾਂ। ਉਸ ਦੇ ਵਿੱਚ ਕਰਮ ਵਿਕਾਸ ਇਜ਼ ਇਕੁਅਲ ਟੂ ਸਮਾਜਿਕ ਪ੍ਰਕਿਰਿਆ ਪਲਸ ਨਿਸ਼ਚਿਤ ਦਿਸ਼ਾ ਪਲਸ ਧੀਮੀ ਗਤੀ ਪਲਸ ਗੁਣਾਤਮਕ ਪਰਿਵਰਤਨ ਪਲਸ ਰਚਨਾਤਮਕ ਅਤੇ ਕਾਰਜਾਂ ਵਿੱਚ ਵਿਭਿੰਨਤਾ ਨਾਲ ਸੰਬੰਧਿਤ ਹੈ। ਸਮਾਜਿਕ ਕਰਮ ਵਿਕਾਸ ਕਦੋਂ ਹੁੰਦਾ ਹੈ? ਜਦੋਂ ਸਮਾਜ ਦੇ ਵਿੱਚ ਸਮਾਜਿਕ ਪ੍ਰਕਿਰਿਆ ਹੋਵੇਗੀ। ਪ੍ਰਕਿਰਿਆ ਤਾਂ ਪਤਾ ਹੀ ਹੈ ਸਾਨੂੰ, ਕਿਵੇਂ ਜੇ ਪ੍ਰਕਿਰਿਆ ਹੋਊਗੀ ਤਾਂ ਹੀ ਵਾਧਾ ਹੋਊਗਾ ਨਾ ਸਮਾਜ ਦੇ ਵਿੱਚ। ਇਹ ਪਰਿਵਰਤਨ ਜਿਹੜਾ ਨਿਸ਼ਚਿਤ ਦਿਸ਼ਾ ਦੇ ਵਿੱਚ ਆਊਗਾ, ਹੌਲੀ ਹੌਲੀ ਹੁੰਦਾ, ਧੀਮੀ ਗਤੀ ਨਾਲ ਹੁੰਦਾ ਹੈ, ਗੁਣਾਤਮਕ ਪਰਿਵਰਤਨ ਆਉਂਦਾ ਹੈ ਅਤੇ ਇਸ ਰਚਨਾਤਮਕ ਦੇ ਕਾਰਜਾਂ ਦੇ ਵਿੱਚ ਵਿਭਿੰਨਤਾ ਆਉਂਦੀ ਹੈ, ਕਿਰਤ ਵੰਡ ਆਉਂਦੀ ਹੈ, ਵਿਸ਼ੇਸ਼ੀਕਰਨ ਆਉਂਦਾ ਹੈ। ਇਸ ਤਰ੍ਹਾਂ ਦੇ ਪਰਿਵਰਤਨ ਨੂੰ ਅਸੀਂ ਸਮਾਜ ਦੇ ਵਿੱਚ ਕਰਮ ਵਿਕਾਸ ਕਹਿੰਦੇ ਹਾਂ। ਜੇਕਰ ਕਲਾਸ ਸਮਝ ਆ ਰਹੀਆਂ ਨੇ, ਤੁਹਾਡੀ ਹੈਲਪ ਹੋ ਰਹੀ ਹੈ, ਤਾਂ ਲੈਕਚਰ ਨੂੰ ਆਪਣੇ ਕਲਾਸਮੇਟਸ ਅਤੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤਾਂ ਕਿ ਬਾਕੀ ਸਭ ਦੀ ਵੀ ਹੈਲਪ ਹੋ ਸਕੇ। ਕਲਾਸ ਅਟੈਂਡ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।